ਬਿਗਨ ਬਿਨਸਨ ਸੋਏ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ। ਉਦਾਸੀ ਉਦਾਸ ਰਾਤਾ ਭਗਤ ਨਵੈ ਪ੍ਰਕਾਰਾ। ਪੰਡਤ ਵੇਦ ਪੁਕਾਰਾ। ਗ੍ਰਸਤੀ ਗ੍ਰਸਤ ਧਰਮਾਤਾ। ਭਗਤ ਨਵੈ ਪ੍ਰਕਾਰਾ। ਪੰਡਤ ਵੇਦ ਪੁਕਾਰਾ। ਗ੍ਰਸਤੀ ਗ੍ਰਸਤ ਧਰਮਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਵਿੱਤਰ ਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪ ਜੀ ਨੇ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ, ਜੋ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 71 ਉੱਪਰ ਸੁਭਾਏਮਾਨ ਹੈ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹਨਾਂ ਬਚਨਾਂ ਰਾਹੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਉਪਦੇਸ਼ ਦਿੰਦੇ ਹਨ। ਪਿਛਲੇ ਦਿਨੀ ਇਹ ਸ਼ਬਦ ਦੇ ਆਪਾਂ 3 ਪਦੇ ਸਰਵਣ ਕੀਤੇ ਸੀ। ਜਾਣੋ ਨਾਹੀ ਭਾਵੈ ਕਵਨ ਬਾਤਾ। ਸਮਝ ਨਹੀਂ ਆਉਂਦੀ ਪਰਮੇਸ਼ਰ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ, ਅਸੀਂ ਉਹਨੂੰ ਕਿਵੇਂ ਭਾ ਸਕਦੇ ਹਾਂ। ਸਿੱਖ ਬੇਨਤੀ ਕਰਦਾ ਹੈ ਸਤਿਗੁਰੂ ਅਰਜਨ ਦੇਵ ਜੀ ਅੱਗੇ, ਤੇ ਗੁਰੂ ਅਰਜਨ ਦੇਵ ਜੀ ਇਹਦਾ ਹੱਲ ਦੱਸਦੇ ਆ। ਜਾਣੋ ਨਾਹੀ ਭਾਵੈ ਕਵਨ ਬਾਤਾ। ਤੇ ਬਾਬਾ ਜੀ ਕਹਿੰਦੇ ਮਨ ਖੋਜ ਮਾਰਗ। ਇਹਦਾ ਰਸਤਾ ਮਨ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ, ਭਾਵ ਤੇਰੇ ਅੰਦਰ ਹੀ ਇਹਦਾ ਰਸਤਾ ਹੈ। ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਡੋਲੇ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਅੰਦਰ ਹੀ ਆ ਸਭ ਕੁਛ। ਤੇ ਕੱਲ ਆਪਾਂ ਇਹ ਪਦਾ ਸਰਵਣ ਕਰ ਰਹੇ ਸੀ, ਮੋਨੀ ਮੋਨ ਧਾਰੀ। ਤੀਸਰਾ ਪਦਾ। ਕਈ ਲੋਕ ਚੁੱਪ ਕਰਨ ਨੂੰ ਹੀ ਭਗਤੀ ਸਮਝਦੇ ਆ। ਕਿਸੇ ਨਾਲ ਗੱਲ ਨਹੀਂ ਕਰਨੀ, ਚੁੱਪ ਕਰਕੇ ਰਹਿਣਾ ਹੈ, ਮੌਨ ਧਾਰ ਕੇ ਰੱਖਣਾ। ਕਿਸੇ ਨਾਲ ਬੋਲਣਾ ਨਹੀਂ, ਮੂੰਹ ਤੇ ਪੱਟੀ ਬੰਨ੍ਹ ਲੈਣੀ। 12-12 ਸਾਲ ਦਾ ਮੌਨ ਰੱਖਿਆ ਕਈ ਲੋਕਾਂ ਨੇ, ਕਿਸੇ ਨਾਲ ਬੋਲੇ ਹੀ ਨਹੀਂ। ਪਰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਚੱਲ ਮੂੰਹ ਕਰਕੇ ਤਾਂ ਨਹੀਂ ਬੋਲਦਾ, ਮਨ ਕਰਕੇ ਤਾਂ ਹਲੇ ਚੁੱਪ ਨਹੀਂ ਹੋਇਆ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਜੇ ਸਾਡਾ ਮਨ ਚੁੱਪ ਨਹੀਂ ਹੋਇਆ, ਫਿਰ ਜੀਵ ਨੂੰ ਚੁੱਪ ਕਰਾਉਣ ਦਾ ਕੀ ਫਾਇਦਾ। ਅੰਦਰ ਤਾਂ ਫੁਰਨੇ ਚੱਲੀ ਜਾਂਦੇ ਆ। ਜਿਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਰੋਜ਼ਾਨਾ ਬੇਅੰਤ ਸੰਗਤਾਂ ਆ ਕੇ ਬੈਠਦੀਆਂ, ਦਰਸ਼ਨ ਕਰਦੀਆਂ, ਵਿਚਾਰਾਂ ਸੁਣਦੀਆਂ। ਤੇ ਇੱਕ ਸਾਧ ਵੀ ਆ ਕੇ ਬਹਿ ਕੇ ਆ ਧੰਨ ਗੁਰਾਂ ਦੇ ਚਰਨਾਂ ਦੇ ਵਿੱਚ। ਇਹ ਰੋਜ਼ ਆਉਂਦਾ, ਵਿਚਾਰਾਂ ਸੁਣਦਾ, ਔਰ ਗੁਰੂ ਪਿਆਰਿਓ ਚੁੱਪ ਕਰਕੇ ਬੈਠਦਾ ਹੈ। ਤੇ ਸਤਿਗੁਰਾਂ ਦਾ ਇੱਕ ਅਨੰਨ ਪਿਆਰਾ ਸਿੱਖ ਹੈ ਭਾਈ ਸੁਥਰੇ ਸ਼ਾਹ। ਉਹ ਕੁਝ ਅਨੋਖੇ ਕੌਤਕ ਕਰਦਾ ਹੈ। ਇੱਕ ਦਿਨ ਇਸ ਸਾਧ ਦੇ ਮਗਰ ਬਹਿ ਗਿਆ ਔਰ ਇਹਦੀ ਢੂਈ ਦੇ ਹੱਥ ਲਾ ਦਿੱਤਾ। ਉਹਨੇ ਸ਼ਹੀਦ ਨੇ ਪਿੱਛੇ ਮੁੜ ਕੇ ਦੇਖਿਆ, ਉਹਨੇ ਹੱਥ ਪਰੇ ਕਰ ਲਿਆ, ਫਿਰ ਬਹਿ ਗਿਆ। ਫਿਰ ਸੁਥਰੇ ਨੇ ਦੂਜੇ ਪਾਸੇ ਹੱਥ ਲਾ ਦਿੱਤਾ। ਪਿੰਡੇ ਤੇ ਸੁਬਾਹ ਮਲੀ ਹੋਈ ਆ।
ਇਉਂ ਜਦੋਂ 3-4 ਵਾਰੀ ਵਾਰ-ਵਾਰ ਹੱਥ ਲਾਇਆ ਤੇ ਉਹ ਸੰਨਿਆਸੀ ਭੜਕ ਗਿਆ, ਉਹ ਸਾਧੂ ਭੜਕ ਗਿਆ, ਜੋਗੀ ਜਿਹਦੇ ਸਿਰ ਤੇ ਪਿੰਡੇ ਤੇ ਸਵਾਹ ਮਲੀ ਹੋਈ ਆ, ਭੜਕਿਆ ਤੇ ਉੱਚੀ ਉੱਚੀ ਬੋਲਦਾ ਹੋਇਆ ਸੁਥਰੇ ਦੇ ਮਗਰ ਪੈ ਗਿਆ। ਤੇ ਸੁਥਰਾ ਮੂਹਰੇ ਭੱਜ ਲਿਆ ਤੇ ਇਹ ਮਗਰ, ਤੇ ਸੁਥਰਾ ਭੱਜ ਕੇ ਗੁਰੂ ਸਾਹਿਬ ਦੇ ਕੋਲ ਜਾ ਖੜਾ, ਮਹਾਰਾਜ ਬਚਾਓ ਬਚਾਓ। ਪਾਤਸ਼ਾਹ ਕਹਿੰਦੇ ਉਹ ਕੀ ਹੋ ਗਿਆ ਸੋਨੂੰ ਭਾਈ? ਸੁਥਰਾ ਕਹਿੰਦਾ ਜੀ ਇਹ ਸਾਧ ਮਾਰਦਾ ਹੈ। ਸਾਧ ਨੂੰ ਪੁੱਛਿਆ ਵੀ ਤੂੰ ਕਿਉਂ ਮਾਰਦਾ? ਕਹਿੰਦਾ ਮਹਾਰਾਜ ਬਾਰ ਬਾਰ ਮੇਰੇ ਢੂਈ ਤੇ ਹੱਥ ਲਾਈ ਜਾਂਦਾ, ਮੈਂ ਤੁਹਾਡੀਆਂ ਗੱਲਾਂ ਸੁਣੀ ਜਾਂਦਾ, ਇਹ ਮੈਨੂੰ ਡਿਸਟਰਬ ਕਰਦਾ, ਮੈਂ ਬੋਲਣਾ ਨਹੀਂ ਸੀ, ਮੈਨੂੰ ਬੋਲਣਾ ਪਿਆ। ਕਹਿੰਦੇ ਕਿਉਂ ਸੁਥਰਿਆ ਤੂੰ ਐਂ ਕਿਉਂ ਕਰਦਾ ਭਾਈ? ਸੁਥਰਾ ਕਹਿੰਦਾ ਜੀ ਮੈਂ ਤਾਂ ਵੇਖਦਾ ਸੀ ਆ ਸਵਾਹ ਤਾਂ ਬਹੁਤ ਹੈ, ਵਿੱਚ ਅੱਗ ਹੈ ਕਿ ਨਹੀਂ, ਜਿਵੇਂ ਅਸੀਂ ਚੁੱਲ੍ਹੇ 'ਚੋਂ ਅੱਗ ਫਰੋਲ ਕੇ ਕੱਢਦੇ ਹਾਂ ਸਵਾਹ ਦੇ ਵਿੱਚੋਂ ਨੱਪੀ ਹੋਈ। ਕਹਿੰਦਾ ਜੀ ਮੈਂ ਵੇਖਦਾ ਸੀ ਵੀ ਪਿੰਡੇ ਤੇ ਸਵਾਹ ਤਾਂ ਬਹੁਤ ਹੈ, ਵੇਖਾਂ ਭਲਾ ਵਿੱਚ ਅੱਗ ਹੈ ਕਿ ਨਹੀਂ, ਇੱਥੇ ਤਾਂ ਭਾਂਬੜ ਨਿਕਲੀ ਜਾਂਦੇ ਆ। ਸਾਰੇ ਹੱਸ ਪਏ। ਕਹਿਣ ਤੋਂ ਭਾਵ ਸੀ ਇਹ ਬੰਦਾ ਅੰਦਰੋਂ ਸੈੱਟ ਨਹੀਂ ਹੋਇਆ ਤੇ ਫਿਰ ਬਾਹਰੋਂ ਸੈੱਟ ਹੋਣ ਦਾ ਕੀ ਫਾਇਦਾ? ਬਾਹਰੋਂ ਚੁੱਪ ਹੋਣ ਦਾ ਕੀ ਫਾਇਦਾ ਜੀ, ਅੰਦਰੋਂ ਚੁੱਪ ਨਹੀਂ ਹੋਇਆ। ਮੌਨੀ ਮੌਨ ਧਾਰੀ, ਕਈ ਲੋਕ ਇਸੇ ਗੱਲ ਨੂੰ ਹੀ ਰੱਬ ਦਾ ਪਾਉਣਾ ਸਮਝਦੇ ਆ ਵੀ ਕਿਸੇ ਨਾਲ ਗੱਲ ਨਾ ਕਰੋ, ਚੁੱਪ ਰਹੋ। ਮੌਨ ਧਾਰਨ ਨੂੰ, ਚੁੱਪ ਕਰਨ ਨੂੰ ਹੀ ਇਹ ਪਰਮੇਸ਼ਰ ਨੂੰ ਮਿਲਣਾ ਸਮਝਦੇ ਹਨ। ਕੋਈ ਲੱਕੜ ਦੀ ਵਾਂਗ ਕਠੋਰ ਹੋਇਆ ਰਹਿੰਦਾ ਹੈ, ਕੋਈ ਗੁੰਗ ਮੋੜ ਜਮਾਂਦਰੂ ਹੀ ਬੋਲਣ ਦੀ ਸ਼ਕਤੀ ਨਾ ਮਿਲਣੀ ਗੂੰਗਾ। ਜੜ ਮੋੜ ਕਿਸੇ ਦੇ ਕਹੇ ਬਚਨ ਸੁਣ ਕੇ ਚੁੱਪ ਕਰ ਜਾਣਾ। ਅਨੇਕਾਂ ਤਰ੍ਹਾਂ ਦੇ ਮੋੜ ਸਮਝੇ ਹਨ, ਪਰ ਜੀਵਨ ਮੁਕਤੀ ਦਾ ਹੇਤੂ ਹੈ ਪਰਮੇਸ਼ਰ ਦਾ ਪ੍ਰੇਮ। ਬਾਹਰੀ ਤੌਰ ਤੇ ਬੋਲਦੇ ਨਹੀਂ, ਪਰ ਅੰਦਰੋਂ ਫੁਰਨਿਆਂ ਵਿੱਚ ਆ ਮੇਰਾ, ਆ ਤੇਰਾ, ਆ ਮੇਰਾ, ਇਹ ਤੇਰਾ, ਇਹ ਫੁਰਨੇ ਬਣੀ ਜਾਂਦੇ ਹਨ। ਤਾਂ ਫਿਰ ਇਸ ਦੇ ਨਾਲ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਸੰਨਿਆਸੀ ਬ੍ਰਹਮਚਾਰੀ, ਸੰਨਿਆਸੀ ਜੋ ਆਸਾ ਦੇ ਸਹਿਤ ਹੈ। ਸੰਨਿਆਸੀ ਸਨ ਹੁੰਦਾ ਨਾਲ, ਸਨ ਨਾਲ ਜਿਹਦੇ ਨਾਲ ਆਸਾਂ ਹਨ, ਭਾਵ ਮਨੁੱਖ ਦੇ ਅੰਦਰ ਬੜੀਆਂ ਆਸਾਂ ਹਨ, ਤੇ ਜਿਨ੍ਹਾਂ ਨੇ ਆਸਾਂ ਨੂੰ ਸੁੰਨ ਕਰ ਲਿਆ, ਆਸਾਂ ਨੂੰ ਖਤਮ ਕਰ ਲਿਆ, ਉਹ ਵੱਜ ਗਿਆ ਸੰਨਿਆਸੀ। ਪਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਇੱਦਾਂ ਸੰਨਿਆਸੀ ਹੋਣਾ ਬੜਾ ਮੁਸ਼ਕਲ ਹੈ। ਘਰ ਕੀ ਨਾਰ ਤੇ ਆਗੈ ਅੰਧਾ, ਪਰ ਨਾਰੀ ਸਿਉ ਘਾਲੈ ਧੰਦਾ। ਘਰ-ਬਾਰ ਛੱਡ ਕੇ ਬੰਦਾ ਜੰਗਲਾਂ ਵੀ ਚਲਿਆ ਜਾਂਦਾ ਹੈ, ਉੱਥੇ ਜਾ ਕੇ ਵੀ ਇਹਦੀ ਕੋਈ ਨਾ ਕੋਈ ਆਸ ਬਣੀ ਰਹਿੰਦੀ ਹੈ। ਆਸਾਂ ਦਾ ਖਤਮ ਕਰਨਾ ਬਹੁਤ ਮੁਸ਼ਕਲ ਹੈ। ਹਾਂ, ਆਸਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਗ੍ਰਸਤੀ ਧਰਮ ਦੇ ਵਿੱਚ ਰਹਿ ਕੇ, ਘਰ ਵਿੱਚ ਰਹਿ ਕੇ ਹੀ। ਬਾਬਾ ਜੀ ਕਹਿੰਦੇ ਦਸਵੇਂ ਪ੍ਰੀਤਮ ਰੇ ਮਨ ਐਸੋ ਕਰ ਸੰਨਿਆਸਾ। ਆ ਤੈਨੂੰ ਮੈਂ ਦੱਸਦਾ ਸੰਨਿਆਸੀ ਕਿਹੋ ਜਿਹਾ ਹੋਣਾ ਚਾਹੀਦਾ। ਰੇ ਮਨ ਐਸੋ ਕਰ ਸੰਨਿਆਸਾ, ਬਣਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਇਹ ਸੰਸਾਰ ਨੂੰ ਜੰਗਲ ਹੀ ਸਮਝੋ, ਇਹ ਸੰਸਾਰ ਜੰਗਲ ਹੀ ਹੈ। ਮਨ ਦੇ ਵਿੱਚ ਉਦਾਸੀ ਆਉਣੀ ਚਾਹੀਦੀ ਹੈ, ਨਾ ਕਿ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਈਏ। ਬਣ ਸੇ ਸਦਨ ਸਭੈ ਕਰ ਸਮਝੋ, ਬਣ ਹੀ ਮਾਹੇ ਉਦਾਸਾ। ਜਤ ਕੀ ਜਟਾ ਜੋ ਕੋ ਮੱਜਣ। ਹੁਣ ਉਦਾਸੀਆਂ ਨੇ ਜੰਗਲਾਂ ਵਿੱਚ ਰਹਿ ਕਰਕੇ ਕੇਸਾਂ ਨੂੰ ਨਹੀਂ ਸੰਭਾਲਿਆ, ਜਟਾਂ ਬਣ ਗਈਆਂ, ਔਰ ਫਿਰ ਉਹਨਾਂ ਨੇ ਜਟਾਂ ਹੀ ਬਣਾ ਦਿੱਤੀਆਂ, ਰੱਸੀਆਂ ਬਣਾਤੀਆਂ, ਸਵਾਹ ਮਲ ਮਲ ਕੇ ਉਹਨਾਂ ਤੇ ਜੋੜ ਦਿੱਤੇ ਬਾਲ ਸਾਰੇ। ਫਿਰ ਜਟਾਂ ਵਧਾਉਂਦੇ ਆ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਤ ਕੀ ਜਟਾ ਜੋ ਕੋ ਮੱਜਣ। ਤਾਂ ਉਦਾਸੀ ਜਿਹੜੇ ਹਨ ਤੀਰਥਾਂ ਤੇ ਰਹਿੰਦੇ ਆ, ਤੀਰਥਾਂ ਤੇ ਇਸ਼ਨਾਨ ਕਰਦੇ ਆ। ਪਾਤਸ਼ਾਹ ਕਹਿੰਦੇ ਜਟਾਂ ਵਧਾਉਣ ਦੀ ਬਜਾਏ ਨਾ ਤੂੰ ਜਤ ਰੱਖ।
क्योंकि घर बार त्याग के बाहर निकल जाता, उत्थे जाके भी ये विषय विकारां की जिहड़ी अग है मट्ठी नहीं पैंदी, उदास नहीं हुंदा बंदा। पाठ पढ़ियो और वेद विचारियो, निबल भयंगम साधे, पंज जना स्यो संग न छुटक्यो, अद के आहपत वाधे, प्यारे इन विद मिलन न जाई। मैं किए कर्म अनेका, हार परियो स्वामी के द्वारे, दीजै बुद्ध विवेका। जिन्ना चिर ज्ञान नहीं हुंदा इस किसी काम का, उन्ना चिर वो काम पूरा नहीं हो सकता। तो गुरुआं ने हर काम का सानू ज्ञान बख्शिश किया। जद की जटा जोग को मज्जन, जोग भाव जुड़ना परमेश्वर नाल, यही तेरा इशनान होना चाहिए। ते असी केवल बाहरी तौर पर सरोवरां नदियां नालियां सरोवरां दे विच जां तीर्थां दे जाके इशनान शरीर दे तां बहुत कर ले, पर मन दियां मैलां नहीं लाइयां। नहावण चले तीर्थी, मन खोटे तन चोर, एक पाव लत्थी नहातियां, दोए पाव चढ़ीए सहोर। जोग को मज्जन, परमेश्वर नाल जुड़न दा इशनान भी करिया कर, इहदे नाल तेरा मन साफ हुंदा है। जोग को मज्जन नेम और नेम के नखन बढ़ाओ, उदासियां ने नौ ਵਧਾਲੇ जिवें दत्तात्रेय होया। कल आपां गल कर रहे सी, उसने वड्डे वड्डे नौ कर ले, ना नौ कट्टे ना बाल संभाले। और गुरु प्यारिओ इस तरह बाबा जी कहंदे नेम के नखन बढ़ाओ, नित नेम ਵਧਾਓ, परमेश्वर नाल जुड़न दा समा ਵਧਾਓ तुहाडा, ये ਵਧਣਾ चाहिदा। ज्ञान गुरु आत्म उपदेशो, अपने आत्मा नू अपने मन नू गुरु दे ज्ञान दा जिहड़ा है उपदेश बख्शो। भाव गुरु दे ज्ञान ते चलो, नाम विभूत लगावो। ਸਵਾਹ ਮਲਣ ਦੀ ਬਜਾਏ ਨਾਮ ਨੂੰ ਚੜਾਓ, ਨਾਮ ਦੀ ਵਿਭੂਤੀ ਲਾਓ, ਨਾਮ ਦੀ ਸੰਪਤੀ ਇਕੱਠੀ ਕਰੋ, ਨਾਮ ਜਪਨਾ ਕਰੋ। ਐਸਾ ਸੰਨਿਆਸੀ ਹੋਣਾ ਪ੍ਰਵਾਨ ਹੈ। ਜੋ ਦੱਤਾਤਰੇय ਹੋਇਆ, ਇਸ ਨੇ ਅਲੱਗ-ਅਲੱਗ ਥਾਵਾਂ ਤੇ ਪ੍ਰਚਾਰ ਕੀਤਾ। ਜਿਹੜੇ ਪਹਾੜਾਂ ਵਿੱਚ ਇਹਦੇ ਚੇਲੇ ਬਣੇ ਉਹ ਗਿਰੀ ਬੱਜੇ, ਜਿਹੜੇ ਨਗਰਾਂ 'ਚ ਬਣੇ ਉਹ ਪੁਰੀ ਬੱਜੇ। ਜਿਹੜੇ ਪਰਬਤਾਂ ਦੇ ਉੱਤੇ ਗੁਰੂ ਪਿਆਰਿਓ ਜਾ ਕਰਕੇ ਇਸ ਨੇ ਚੇਲੇ ਬਣਾਏ, ਉਹਨਾਂ ਨੂੰ ਪਰਬਤੀ ਕਹਿੰਦੇ ਆ। ਜਿਹੜੇ ਭਾਰਤ ਧਰਤੀ ਦੇ ਉੱਤੇ ਆ ਕੇ ਭਾਰਤ ਵਿੱਚ ਆ ਕੇ ਇਹਨੇ ਚੇਲੇ ਬਣਾਏ, ਉਹਨਾਂ ਨੂੰ ਭਾਰਤੀ ਕਹਿਣ ਲੱਗ ਪਏ। ਇਸ ਤਰ੍ਹਾਂ ਸੰਨਿਆਸੀਆਂ ਦੇ 10 ਨਾਮ ਹੋ ਗਏ। ਜਿੱਥੇ ਜਿੱਥੇ ਜਾ ਕੇ ਉਹਨੇ ਚੇਲੇ ਬਣਾਏ ਉਹ ਚੇਲੇ ਬਣ ਗਏ। ਹੁਣ ਉਹ ਸੰਨਿਆਸੀ ਹੈ ਤਾਂ ਇੱਕੋ ਦੱਤਾਤਰੇय ਦੇ ਚੇਲੇ, ਪਰ ਉਹ ਸਾਰੇ ਆਪਣੇ ਆਪ ਨੂੰ ਸਹੀ ਦੱਸਦੇ ਆ। ਭਾਰਤੀ ਕਹਿੰਦੇ ਅਸੀਂ ਸਹੀ ਹਾਂ, ਗਿਰੀਪੁਰੀ ਵਾਲੇ ਕਹਿੰਦੇ ਅਸੀਂ ਸਹੀ ਹਾਂ। ਆਪੋ ਆਪਣੇ ਪੰਥ ਨੂੰ ਚੰਗਾ ਕਹਿੰਦੇ ਆ। ਅਸਲ ਵਿੱਚ ਜਿਨ੍ਹਾਂ ਦੀਆਂ ਆਸਾਂ ਖਤਮ ਨਹੀਂ ਹੋਈਆਂ ਉਹ ਸੰਨਿਆਸੀ ਨਹੀਂ ਹੋ ਸਕਦਾ। ਸੰਨਿਆਸੀ ਸ਼ਬਦ ਬਣਿਆ ਸਨ ਪਲੱਸ ਆਸੀ, ਆਸੀ ਆਸਾਂ ਸਨ ਨਾਲ। ਜੇ ਸਰੀਰ ਦੇ ਅੰਦਰ ਆਸਾਂ ਹਜੇ ਬਣੀਆਂ ਹੋਈਆਂ, ਘਰ-ਬਾਰ ਛੱਡ ਕੇ ਵੀ ਆਸਾਂ ਖਤਮ ਨਹੀਂ ਹੋਈਆਂ, ਤੇ ਉਹ ਕਾਹਦਾ ਸੰਨਿਆਸੀ ਹੈ। ਇਸ ਕਰਕੇ ਗੁਰੂ ਪਿਆਰਿਓ ਇਸ ਪ੍ਰਥਾਏ ਧੰਨ ਧੰਨ ਸ੍ਰੀ ਗੁਰੂ ਬਾਬਾ ਜੀ ਬਖਸ਼ਿਸ਼ ਕਰਦੇ ਹਨ। ਬਿੰਦ ਨਾ ਰਾਖੈ ਜਤੀ ਕਹਾਵੈ, ਮਾਈ ਮੰਗ ਤ੍ਰੈ ਲੋਭਾਵੈ। ਜਾਂ ਘਰ ਕੀ ਨਾਰ ਤੇ ਆਗੈ, ਅੰਧਾ ਪਰ ਨਾਰੀ ਸਿਉ ਘਾਲੈ ਧੰਦਾ। ਫਿਰ ਉੱਥੇ ਫਸ ਜਾਂਦਾ ਜਿਉਂ ਸਿਮਲ ਦੇਖ ਸੂਆ ਬਿਗਸਾਨਾ। ਜਿਵੇਂ ਸਿਮਲ ਦੇ ਫਲ ਦੇਖ ਕੇ ਤੋਤੇ ਖੁਸ਼ ਹੁੰਦੇ ਆ, ਪਰ ਜਾ ਕੇ ਜਦ ਉਹਨਾਂ ਵਿੱਚ ਉਂਝ ਮਾਰਦੇ ਆ ਤੇ ਉਹਨਾਂ ਵਿੱਚੋਂ ਫਿਰ ਰੂੰਜ ਹੀ ਨਿਕਲ ਆਉਂਦੀ ਹੈ, ਖਾਣ ਦਾ ਸਵਾਦ ਨਹੀਂ ਹੈ। ਸਿਮਲ ਰੁੱਖ ਸਰੈਰਾ ਆ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ। ਇਸ ਕਰਕੇ ਇਹ ਮਨੁੱਖ ਜਿਹੜਾ ਹੈ ਸੰਸਾਰ ਨੂੰ ਛੱਡ ਕੇ ਜੰਗਲਾਂ ਵਿੱਚ ਤਾਂ ਚਲਿਆ ਜਾਂਦਾ ਕਿ ਮੈਂ ਬ੍ਰਹਮਚਾਰੀ ਰਹੂੰਗਾ, ਜਾਂ ਸ਼ਾਦੀ ਕਰਵਾਈ ਨਹੀਂ, ਜਾਂ ਬਾਲ ਬੱਚੇ ਛੱਡ ਕੇ ਤੁਰ ਗਏ ਪਿੱਛੇ ਰੋਂਦਿਆਂ ਨੂੰ। ਉਹਦਾ ਕਦੇ ਵੀ ਉੱਥੇ ਜਾ ਕੇ ਧਿਆਨ ਨਹੀਂ ਲੱਗ ਸਕਦਾ, ਕਿਉਂਕਿ ਧਿਆਨ ਉਹਦਾ ਘਰੇ ਰਹਿਣਾ, ਪਿੱਛੇ ਰਹਿਣਾ। ਇਸ ਕਰਕੇ
ਬਿੰਦ ਨ ਰਾਖੈ ਜਤੀ ਕਹਾਵੈ। ਬ੍ਰਹਮਚਰੀਆ ਰੱਖਦਾ ਨਹੀਂ, ਜਤੀ ਕਹਾਉਂਦਾ। ਜਤੀ ਫਿਰ ਕਿਵੇਂ ਹੋਇਆ ਵੀ ਜਦੋਂ ਆਪਣਾ ਬ੍ਰਹਮਚਰੀਆ ਨਹੀਂ ਰੱਖਿਆ। ਮਾਈ ਮੰਗ ਤ੍ਰੈ ਲੋਭਾਵੈ। ਔਰ ਮਾਂ ਜਿਹੜੀਆਂ ਆਸਾਂ ਸਨ ਉਹ ਖਤਮ ਨਹੀਂ ਹੋ ਸਕੀਆਂ। ਇਹਦੇ ਨਾਲੋਂ ਤਾਂ ਮੇਰੇ ਪਾਤਸ਼ਾਹ ਜੀ ਕਹਿੰਦੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣੈ। ਇਹ ਸਰੀਰਕ ਲੋੜਾਂ ਪੂਰੀਆਂ ਕਰਨ ਵਾਸਤੇ ਮਨੁੱਖ ਨੂੰ ਸ਼ਾਦੀ ਕਰਵਾਉਣੀ ਚਾਹੀਦੀ ਹੈ। ਗੁਰਮਤਿ ਅਨੁਸਾਰ ਗ੍ਰਸਤੀ ਵੱਡਾ ਜਤੀ ਹੈ, ਜਿਹੜਾ ਆਪਣੀ ਇਸਤਰੀ ਤੇ ਡਿਪੈਂਡ ਹੈ। ਬਾਕੀ ਸਭ ਧੀਆਂ ਭੈਣਾਂ ਮਾਵਾਂ ਦੇ ਸਮਾਨ ਜਾਣਦਾ ਹੈ। ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣਾ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸੰਨਿਆਸੀ ਹੋਣਾ ਬਹੁਤ ਮੁਸ਼ਕਲ ਹੈ। ਅੱਗੇ ਹੈ ਉਦਾਸੀ ਸ਼ਬਦ। ਉਦਾਸੀ ਉਦਾਸ ਰਾਤਾ। ਉਦਾਸੀ ਇਸੇ ਗੱਲ ਵਿੱਚ ਹੀ ਰਾਤੇ ਰੰਗੇ ਹੋਏ ਹਨ, ਮਸਤ ਹਨ ਕਿ ਅਸੀਂ ਰੱਬ ਨੂੰ ਪਾ ਲਿਆ। ਪਰ ਬਾਬਾ ਜੀ ਸ਼ਬਦ ਦੀ ਆਰੰਭਤਾ ਵਿੱਚ ਹੀ ਸਵਾਲ ਲਿਖਦੇ ਨੇ, ਜਾਣੋ ਨਾਹੀ ਭਾਵੈ ਕਵਨ ਬਾਤਾ। ਪਤਾ ਨਹੀਂ ਰੱਬ ਕਿਵੇਂ ਖੁਸ਼ ਹੋਵੇਗਾ, ਉਹਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ, ਸਾਨੂੰ ਕੋਈ ਪਤਾ ਨਹੀਂ ਗਾ। ਜਿਹੜੀ ਜੋ ਕਰੀ ਜਾਂਦਾ ਉਹ ਐ ਸਮਝਦਾ ਕਿ ਮੈਂ ਹੀ ਸਹੀ ਹਾਂ, ਬਾਕੀ ਗਲਤ ਹੈ। ਕੋ ਸਤਨਾਮ ਸ੍ਰੀ। ਗੁਰਮਤਿ ਦੇ ਵਿੱਚ ਵੀ ਅਨੇਕਾਂ ਪੰਥ ਬਣ ਗਏ ਤੇ ਕਈ ਪੰਥ ਇੱਕ ਦੂਜੇ ਨੂੰ ਨਿੰਦੀ ਜਾਂਦੇ। ਉਹ ਫਲਾਨਾ ਗਲਤ ਹੈ, ਮੈਂ ਸਹੀ ਹਾਂ, ਫਲਾਨਾ ਗਲਤ ਹੈ, ਉਹ ਸਹੀ ਹੈ। ਬਾਬਾ ਜੀ ਕਹਿੰਦੇ ਪਤਾ ਨਹੀਂ ਪਰਮੇਸ਼ਰ ਦਾ ਕਿਵੇਂ ਖੁਸ਼ ਹੁੰਦਾ। ਜਦ ਪਾਤਸ਼ਾਹ ਨੂੰ ਪੁੱਛਿਆ ਤੇ ਪਾਤਸ਼ਾਹ ਕਹਿੰਦੇ ਪ੍ਰੇਮ ਨਾਲ ਖੁਸ਼ ਹੁੰਦਾ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਉਦਾਸੀ ਉਦਾਸ ਰਾਤਾ ਕਈ ਇਸੇ ਰੰਗ ਵਿੱਚ ਹੀ ਰੰਗੇ ਹੋਏ ਹੈ ਕਿ ਘਰ-ਬਾਰ ਛੱਡ ਦਿਓ। ਜਿਵੇਂ ਬਾਬਾ ਸ਼੍ਰੀ ਚੰਦ ਜੀ ਹੋਏ, ਇਹ ਵੀ ਇਹਨਾਂ ਤੋਂ ਉਦਾਸੀਆਂ ਦੀ ਪ੍ਰਥਾ ਚੱਲੀ। ਔਰ ਕਈ ਲੋਕ ਕਹਿੰਦੇ ਅਸੀਂ ਸ਼੍ਰੀ ਚੰਦ ਨੂੰ ਮੰਨਦੇ ਨਹੀਂ, ਇਸ ਦਾ ਸਨਕ ਸਨੰਦ ਜਿਹੜੇ ਉਸ ਤੋਂ ਪਹਿਲਾਂ ਹੋਏ ਹਨ ਰਿਸ਼ੀ, ਉਹਨਾਂ ਨੂੰ ਮੰਨਦੇ ਆ ਉਦਾਸੀ। ਉਹ ਇਸ ਅਵਸਥਾ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ। ਸਿਵ ਸੰਕਾਦਿਕ ਭਏ ਉਦਾਸੀ ਬਾਣੀ ਦਾ ਬਚਨ ਹੈ। ਪਰੰਤੂ ਉਦਾਸੀਨ ਭੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਚੱਲਿਆ। ਉਦਾਸੀ ਭਾਵ ਧੰਨ ਗੁਰੂ ਨਾਨਕ ਦੇਵ ਜੀ ਉਦਾਸ ਹੋ ਕੇ ਪਰਿਵਾਰ ਨੂੰ ਤਿਆਗ ਕੇ 4 ਉਦਾਸੀਆਂ ਲਾਈਆਂ। ਉਦਾਸੀ ਹੈ ਜਾਣਾ ਔਰ ਸੰਸਾਰ ਦਾ ਮਾਰਗ ਦਰਸ਼ਨ ਕਰਨਾ। ਬਾਬਾ ਜੀ ਕੋਈ ਆਸ ਲੈ ਕੇ ਨਹੀਂ ਗਏ ਸੰਸਾਰ ਤੋਂ, ਬਲਕਿ ਸੰਸਾਰ ਨੂੰ ਗਿਆਨ ਦੇਣ ਵਾਸਤੇ ਗਏ। ਔਰ ਇਸ ਤਰ੍ਹਾਂ ਗੁਰੂ ਪਿਆਰਿਓ 4 ਉਦਾਸੀਆਂ ਧੰਨ ਗੁਰੂ ਨਾਨਕ ਦੇਵ ਜੀ ਨੇ ਲਾਈਆਂ। ਉਦਾਸੀ ਨਾਮ ਹੈ ਉਪਰਾਮਤਾ ਦਾ। ਉਪਰਾਮਤਾ ਮਤਲਬ ਸੰਸਾਰ ਦੇ ਮੋਹ ਚੋਂ ਉੱਚੀ ਉੱਠ ਜਾਣਾ। ਬਾਬੇ ਨਾਨਕ ਨੇ ਸੰਸਾਰ ਦਾ ਮੋਹ ਤਿਆਗ ਦਿੱਤਾ। ਔਰ ਨਾ ਮਾਇਆ ਦਾ ਮੋਹ, ਨਾ ਸੰਸਾਰ ਦਾ ਮੋਹ, ਨਾ ਧੀਆਂ ਪੁੱਤਰਾਂ ਦਾ ਮੋਹ। ਇਸ ਮੋਹ ਤੋਂ ਉੱਚੇ ਉੱਠ ਕੇ ਜੋ 4 ਚੱਕਰ ਲਾਏ, ਇਹਨਾਂ ਨੂੰ ਉਦਾਸੀਆਂ ਕਹਿੰਦੇ ਆ ਗੁਰਮਤਿ ਮੁਤਾਬਕ। ਔਰ ਇਹਨਾਂ ਤੋਂ ਹੀ ਉਪਰਾਮਤਾ ਦਾ ਉਪਦੇਸ਼ ਜਿਹੜਾ ਬਾਬਾ ਸ਼੍ਰੀ ਚੰਦ ਨੇ ਪ੍ਰਾਪਤ ਕੀਤਾ, ਉਹ ਵੀ ਇਸੇ ਤਰ੍ਹਾਂ ਦਾ ਜੀਵਨ ਬਤੀਤ ਕਰਨ ਲੱਗੇ। ਔਰ ਅੱਗੇ ਚੱਲ ਕੇ ਗੁਰੂ ਪਿਆਰਿਓ 6ਵੇਂ ਪਾਤਸ਼ਾਹ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਨੇ ਵੀ ਸ਼੍ਰੀ ਚੰਦ ਦੀ ਗੱਦੀ ਨੂੰ ਅੱਗੇ ਚਲਾਇਆ। ਆਪ ਜੀ ਨੂੰ ਗਿਆਤ ਹੋਣਾ ਚਾਹੀਏ ਕਿ ਇੱਕ ਵਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਵਾਸਤੇ ਗਏ ਤੇ ਉਹਨਾਂ ਦੇ ਨਾਲ ਇਹਨਾਂ ਦੇ ਪੁੱਤਰ ਵੀ ਸਨ, ਬਾਬਾ ਗੁਰਦਿੱਤਾ ਜੀ। ਤੇ ਇਹਨਾਂ ਨੇ ਜਾ ਕੇ ਨਮਸਕਾਰ ਕੀਤੀ ਗੁਰੂ ਨਾਨਕ ਦੇ ਸਪੁੱਤਰ ਜਾਣ ਕੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਤੇ ਉਸ ਵੇਲੇ ਫਿਰ ਗੱਲਾਂ ਬਾਤਾਂ ਬਹੁਤ ਚੱਲੀਆਂ ਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਵੀ ਆਹ ਇੱਕ ਪੁੱਤਰ ਸਾਨੂੰ ਦੇ ਦਿਓ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਲੈ ਲਓ। ਤੇ ਬਾਬਾ ਗੁਰਦਿੱਤਾ ਜੀ ਉਹਨਾਂ ਨੂੰ ਅਰਪਣ ਕਰ ਦਿੱਤੇ। ਔਰ ਬਾਬਾ ਸ਼੍ਰੀ ਚੰਦ ਜੀ ਨੇ ਅੱਗੇ ਚੱਲ ਕੇ ਆਪਣੀ ਸੇਲੀ ਟੋਪੀ ਭਾਵ ਆਪਣੀ ਉਦਾਸੀ ਦੀ ਰੀਤ ਦੀ ਜਿਹੜੀ ਅੱਗੇ ਗੱਦੀ ਦੇਣੀ ਹੁੰਦੀ ਹੈ, ਇਹ ਬਾਬੇ ਗੁਰਦਿੱਤੇ ਨੂੰ ਦੇ ਦਿੱਤੀ। ਔਰ ਨਾਲ ਇਹ ਬਚਨ ਕਰ ਦਿੱਤਾ ਕਿ ਜਿੱਥੇ ਮੇਰੇ ਬਾਪੂ ਦੀ ਸ਼ਕਤੀ ਵਰਤ ਰਹੀ ਸੀ
ਅੱਜ ਤੋਂ ਮੈਂ ਆਪਣੀ ਸ਼ਕਤੀ ਵੀ ਇਸੇ ਘਰ ਵਿੱਚ ਪਾਉਂਦਾ ਹਾਂ। ਕਹੋ ਸਤਨਾਮ ਸ੍ਰੀ। ਤਾਂ ਬਾਬਾ ਗੁਰਦਿੱਤਾ ਜੀ ਨੂੰ ਅੱਗੇ ਗੱਦੀ ਦਿੱਤੀ। ਉਹਨਾਂ ਤੋਂ ਅੱਗੇ ਗੁਰੂ ਪਿਆਰਿਓ ਉਹਨਾਂ ਦੇ 4 ਸੇਵਕ ਬਣੇ, ਬਾਲੂ, ਹਸਨਾ, ਗੋਇੰਦਾ ਤੇ ਫੂਲ। ਇਹਨਾਂ ਨੇ ਪ੍ਰਚਾਰ ਕੀਤਾ। ਇਹਨਾਂ ਤੋਂ ਅੱਗੇ ਚੱਲ ਕੇ ਸਤਿਗੁਰਾਂ ਤੋਂ ਬਖਸ਼ਾਂ ਲੈ ਕੇ 10 ਨਾਮ ਉਦਾਸੀਆਂ ਦੇ ਹੋਏ। ਪਰ ਗੁਰਬਾਣੀ ਕੀ ਕਹਿੰਦੀ ਹੈ ਇਸ ਵਿਸ਼ੇ ਤੇ? ਸਤਿਗੁਰੂ ਪਾਤਸ਼ਾਹ ਕਹਿੰਦੇ, ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ। ਉਦਾਸ ਹੋਣਾ ਹੈ, ਸੰਸਾਰ ਵੱਲੋਂ ਧਿਆਨ ਖਿੱਚ ਕੇ ਇਕੱਠਾ ਕਰਨਾ, ਤੇ ਇਕੱਠਾ ਕਰਕੇ ਧਰਤੀ ਤੋਂ ਉੱਚਾ ਉੱਠ ਕੇ ਆਕਾਸ਼ ਤੋਂ ਥੱਲੇ ਵਿਚਾਲੇ ਸੈਂਟਰ ਦੇ ਵਿੱਚ ਧਿਆਨ ਲਾਵੇ। ਉਹਨੂੰ ਸੈਂਟਰ ਨਹੀਂ ਸਮਝ ਆਈ ਵੀ ਕਿੱਥੇ ਧਿਆਨ ਲਾਵੇ। ਆਪਣੇ ਨਿਜ ਸਰੂਪ ਦਾ ਧਿਆਨ ਧਰਨ। ਅਰਧ ਉਰਧ ਕਰੇ ਨਿਰੰਜਨ ਵਾਸ, ਆਕਾਸ਼ ਤੋਂ ਲੈ ਕੇ ਧਰਤੀ ਤੱਕ ਹਰ ਥਾਂ ਤੇ ਪਰਮੇਸ਼ਰ ਦਾ ਵਾਸ ਹੈ। ਨਿਰੰਜਨ ਜੋ ਰੰਗ ਰੂਪ ਤੋਂ ਰਹਿਤ ਹੈ, ਉਹ ਹਰ ਥਾਂ ਤੇ ਵਸਦਾ ਹੈ। ਇਸ ਕਰਕੇ ਮਨੁੱਖ ਨੂੰ ਆਪਣੇ ਆਪੇ ਨਾਲ ਜੁੜਨਾ ਚਾਹੀਦਾ ਹੈ। ਅਸਲੀ ਉਦਾਸੀ ਇਹ ਹੈ। ਉਦਾਸੀ ਕਹਿੰਦੇ ਅਸੀਂ ਸਹੀ ਹਾਂ। ਅੱਗੇ 5ਵੇਂ ਪਾਤਸ਼ਾਹ ਜੀ ਕਹਿੰਦੇ, ਭਗਤ ਨਵੈ ਪ੍ਰਕਾਰਾ। ਇਹ ਸਿੱਖੋ ਭਗਤੀ ਜਿਹੜੀ ਹੈ 9 ਪ੍ਰਕਾਰ ਦੀ ਹੈ। 9 ਤਰ੍ਹਾਂ ਦੀ ਭਗਤੀ ਦੱਸੀ ਗਈ ਹੈ, ਜਿਹੜੀ ਇਹ ਸ਼ਬਦ ਵਿੱਚ ਪਹਿਲਾਂ ਆਪਾਂ ਗਿਣ ਕੇ ਹਟੇ ਹਾਂ। ਗਿਆਨੀ, ਧਿਆਨੀ, ਮੋਨੀ, ਤਪਸੀ, ਸੰਨਿਆਸੀ, ਉਦਾਸੀ, ਜੋਗੀ, ਭਗਉਤੀਏ ਤੇ ਬ੍ਰਹਮਚਾਰੀ। ਇਹ 4 ਤਰ੍ਹਾਂ ਦੇ ਨਾਲ ਲੋਕ ਭਗਤੀ ਕਰਦੇ ਹਨ। ਔਰ ਗੁਰੂ ਪਿਆਰਿਓ ਅਲੱਗ-ਅਲੱਗ ਤਰ੍ਹਾਂ ਦੇ ਨਾਲ ਭਗਤੀ ਕਰਦੇ ਹਨ। ਪ੍ਰੇਮ ਦੁਆਰਾ ਵੀ ਭਗਤੀ ਹੋ ਸਕਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਆਵਾਜੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਜਿਨ੍ਹਾਂ ਨੇ ਭਗਤੀ ਕੀਤੀ 9 ਤਰ੍ਹਾਂ ਦੇ ਨਾਲ, ਸਰਬਨ ਭਗਤੀ ਰਾਜੇ ਪ੍ਰੀਸ਼ਤ ਨੇ ਕੀਤੀ। ਪ੍ਰੀਸ਼ਤ ਨੇ ਵੇਦਾਂ ਦੀ ਕਥਾ ਸੁਣੀ ਲਗਾਤਾਰ ਲੰਬਾ ਸਮਾਂ। ਔਰ ਇਸੇ ਤਰ੍ਹਾਂ ਸੁਖਦੇਵ ਮੁਨੀ ਨੇ ਪਰਮੇਸ਼ਰ ਦੀ ਸਿਫਤ ਸਲਾਹ ਦੀ ਭਗਤੀ ਕੀਤੀ। ਉਹਨੂੰ ਕੀਰਤਨ ਭਗਤੀ ਕਹਿੰਦੇ ਆ। ਪ੍ਰਹਿਲਾਦ ਨੇ ਸਿਮਰਨ ਭਗਤੀ ਕੀਤੀ। ਉਹਨੇ ਉਸ ਨੂੰ ਯਾਦ ਕੀਤਾ, ਸਿਮਰਨ ਕੀਤਾ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਲక్ష్ਮੀ ਨੇ ਚਰਨ ਸੇਵਾ ਦੀ ਭਗਤੀ ਕੀਤੀ। ਨਰੈਣ ਦੇ ਚਰਨ ਘੁੱਟਨੇ, ਇਹ ਪਦ ਸੇਵਨ ਭਗਤੀ ਕਹਿੰਦੇ ਆ। ਔਰ ਇਸੇ ਤਰ੍ਹਾਂ ਹੀ ਪਿਰਥੂ ਰਾਜੇ ਨੇ ਆਚਰਨ ਭਗਤੀ ਕੀਤੀ, ਆਪਣਾ ਬ੍ਰਹਮਚਰਿਆ ਰੱਖਿਆ, ਆਚਰਣ ਉੱਚਾ ਕੀਤਾ। ਔਰ ਅਰ ਨੇ ਬੰਦਨਾ ਭਗਤੀ ਕੀਤੀ, ਮੱਥਾ ਟੇਕਣਾ, ਨਮਸਕਾਰ ਕਰਨੀ। ਇਸੇ ਤਰ੍ਹਾਂ ਅਰਜਨ ਨੇ, ਕ੍ਰਿਸ਼ਨ ਨੇ ਸਖਾ ਭਗਤੀ ਕੀਤੀ। ਅਰਜਨ ਨੇ ਕ੍ਰਿਸ਼ਨ ਜੀ ਨੂੰ ਆਪਣੇ ਸਮੇਂ ਦੌਰਾਨ ਮਿੱਤਰ ਬਣਾਇਆ। ਮਿੱਤਰ ਵੀ ਬਣਾ ਕੇ ਅਸੀਂ ਪ੍ਰੇਮਾ ਭਗਤੀ ਕਰ ਸਕਦੇ ਹਾਂ ਗੁਰੂ ਦੇ ਨਾਲ। ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧ ਸਹੋਦਰਾ। ਇਉਂ ਗੁਰੂ ਨੇ ਸਾਨੂੰ ਪ੍ਰੇਮਾ ਭਗਤੀ ਸਿਖਾਈ ਹੈ। ਤੇ ਅਰਜਨ ਨੇ ਇਹ ਸਖਾ ਭਗਤੀ, ਪ੍ਰੇਮਾ ਭਗਤੀ ਕੀਤੀ, ਮਿੱਤਰ ਭਗਤੀ ਕੀਤੀ। ਤੇ ਹਨੂਮਾਨ ਨੇ ਦਾਸ ਭਗਤੀ ਕੀਤੀ, ਦਾਸਾ ਭਾਵ ਰੱਖਿਆ ਹਨੂਮਾਨ ਨੇ। ਕਿਤਨੀ ਤਾਕਤ ਦੇ ਹੁੰਦਿਆਂ ਹੋਇਆਂ ਵੀ ਇਹ ਰਾਮਚੰਦਰ ਦਾ ਦਾਸ ਬਣ ਕੇ ਰਿਹਾ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਇਹ ਵੀ 9 ਤਰ੍ਹਾਂ ਦੀ ਭਗਤੀ ਦੱਸੀ ਹੈ ਮਹਾਂਪੁਰਖਾਂ ਨੇ। ਤੇ ਗੁਰਮਤਿ ਦੇ ਵਿੱਚ ਸਤਿਗੁਰਾਂ ਨੇ ਸਾਰੀਆਂ ਭਗਤੀਆਂ ਐਡ ਕਰ ਦਿੱਤੀਆਂ। ਇੱਥੇ ਸਤਸੰਗਤ ਦੀ ਸੇਵਾ ਕਰਨੀ, ਮਿਲ ਸੰਗਤ ਮੇਂ ਉਮਰ ਗੁਜ਼ਰਨੀ। ਸੰਗਤ ਵੀ ਜਿਵੇਂ ਬਾਬਾ ਬੁੱਢਾ ਜੀ ਨੇ ਕੀਤੀ ਸੇਵਾ,
ਸਾਰੀ ਜ਼ਿੰਦਗੀ ਜਿਹੜੀ ਹੈ ਬਾਬਾ ਬੁੱਢਾ ਜੀ ਨੇ ਗੁਰੂ ਘਰ ਵਿੱਚ ਲਾ ਦਿੱਤੀ। ਦੂਜੀ ਭਗਤੀ ਹੈ ਗੁਰੂ ਨਾਨਕ ਦੇ ਘਰ ਵਿੱਚ ਕਥਾ ਸੁਣਨੀ ਇਤਿਹਾਸ ਦੀ, ਔਰ ਮਨ ਇਕਾਗਰ ਰੱਖਣਾ, ਇਹ ਵੀ ਭਗਤੀ ਹੈ। ਦੂਜੀ ਇਤਿਹਾਸ ਹਰੀ ਗੁਰ ਸੁਣੀਏ, ਮਨ ਇਕਾਗਰ ਰਾਖੋ ਗੁਣੀਏ, ਇਹਦੇ ਨਾਲ ਵੀ ਧਿਆਨ ਇਕੱਠਾ ਹੁੰਦਾ, ਇਹ ਵੀ ਸਾਡੀ ਭਗਤੀ ਬਣ ਗਈ। ਸਤਿਗੁਰ ਧਿਆਨ ਹਿਰਦੈ ਮੈਂ ਧਾਰੇ, ਪਦ ਅਰਬਿੰਦ ਮਨ ਭੌਰ ਵਿਚਾਰੇ। ਮਨ ਨੂੰ ਭੌਰਾ ਬਣਾ ਕੇ ਗੁਰੂ ਦੇ ਚਰਨਾਂ ਨਾਲ ਜੋੜ ਕੇ ਰੱਖਣਾ ਤੇ ਧਿਆਨ ਅੰਦਰ ਲਾ ਕੇ ਰੱਖਣਾ। ਇਹ ਗੁਰਮਤਿ ਅਨੁਸਾਰ 9 ਤਰ੍ਹਾਂ ਦੀ ਭਗਤੀ ਦੱਸੀ ਗਈ। ਚੌਥੀ, ਪ੍ਰੇਮ ਸਹਿਤ ਗੁਣ ਗਾਵਨ, ਗਾਵਤ ਭੁਲ ਕਾਵਨ ਤਨ ਆਵਨ। ਕਹਿਣ ਲੱਗੇ ਪ੍ਰੇਮ ਸਹਿਤ ਗੁਰੂ ਦੇ ਗੁਣ ਗਾਉਣੇ, ਚਾਹੇ ਕਥਾ ਕਰਨੀ, ਚਾਹੇ ਕੀਰਤਨ ਕਰਨਾ, ਚਾਹੇ ਵਿਚਾਰਾਂ ਸਾਂਝੀਆਂ ਕਰਨੀਆਂ। ਇਹ ਕਰਦਿਆਂ ਹੋਇਆਂ ਤੁਹਾਡੇ ਰੋਮਾਂ ਦੇ ਵਿੱਚ ਕਰੰਟ ਪੈਦਾ ਹੋਵੇ, ਕੋਈ ਸਤਨਾਮ ਪੁਲਕਾਵਲੀ ਖੜੀ ਹੋ ਜਾਣਾ, ਰੋਮ ਰੋਮ ਖੜੇ ਹੋ ਜਾਣਾ, ਗੱਲਾਂ ਕਰਦਿਆਂ ਅੰਦਰ ਬਰਾਗ ਪੈਦਾ ਹੋ ਜਾਣਾ। ਇਹ ਵੀ ਇੱਕ ਭਗਤੀ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ। ਪਾਤਸ਼ਾਹ ਜੀ ਕਹਿੰਦੀ ਇਹ ਪ੍ਰੇਮਾ ਭਗਤੀ ਹੈ। ਮਨ ਸਮ ਕਰਦਮ ਇੰਦਰੇ ਕੀਨੇ, ਸੁਰਗ ਚਾਹ ਕੇ ਕਦਮ ਤਜੀਨੇ। ਕਹਿਣ ਲੱਗੇ ਮਨ ਇੰਦਰੀਆਂ ਨੂੰ ਬਸ ਕਰਕੇ, ਸਮ ਕਰਕੇ, ਬਰਾਬਰ ਕਰਕੇ, ਨਰਕ ਸੁਰਗ ਤੋਂ, ਨਰਕ ਦਾ ਡਰ ਤੇ ਸੁਰਗਾਂ ਦੀ ਇੱਛਾ ਇਹ ਖਤਮ ਕਰ ਲੈਣੀ, ਇਹ ਵੀ ਇੱਕ ਭਗਤੀ ਹੈ। ਰਾਜ ਨ ਚਾਹੋ ਮੁਕਤ ਨ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਇਹ ਵੀ ਸਾਡੀ ਗੁਰਮਤਿ ਵਿੱਚ ਭਗਤੀ ਹੈ। ਇਸੇ ਤਰ੍ਹਾਂ ਗੁਰੂ ਪਿਆਰਿਓ ਪੰਜਵੀਂ ਤੇ ਛੇਵੀਂ ਹੈ। ਪਾਤਸ਼ਾਹ ਜੀ ਕਹਿੰਦੇ ਪਰ ਕੇ ਦੋਖ ਨ ਮਨ ਮੇ ਧਾਰੇ, ਹਾਂ ਲਾਭ ਜਗ ਸਮਤਾ ਵਾਰੇ। ਕਿਸੇ ਦੇ ਔਗਣ ਨਾ ਦੱਸਦਾ ਫਿਰੇ ਲੋਕਾਂ ਨੂੰ, ਪਰ ਅਸੀਂ ਤਾਂ 2 ਮਿੰਟ ਟਾਈਮ ਮਿਲਦਾ, ਇੱਥੇ ਤਾਂ ਟਾਈਮ ਲੱਗਦਾ ਨਹੀਂਗਾ। ਇੱਥੋਂ ਬੜੀ ਤੇਜ਼ੀ ਨਾਲ ਉੱਠ ਕੇ ਜਾਂਦੇ ਹਾਂ, ਚੱਲੀਏ ਯਾਰ ਘਰੇ ਕੰਮ ਵੀ ਕਰਨਾ ਹੈ, ਤੇ ਉੱਥੇ ਗੇਟ ਤੇ ਜਾ ਕੇ ਅਸੀਂ ਗੱਲਾਂ ਮਾਰਨ ਖੜ ਜਾਈਏ ਤੇ ਉੱਥੇ ਘੰਟਾ ਵੀ ਲੰਘ ਜਾਵੇ, ਪਤਾ ਨਹੀਂ ਲੱਗਦਾ। ਕੋਈ ਸਤਨਾਮ ਇੱਥੇ ਬਹਿਣਾ ਔਖਾ ਹੋ ਜਾਂਦਾ, ਪਰ ਜਦ ਚੁਗਲੀਆਂ ਕਰਦਾ ਬੰਦਾ ਕਿਧਰੇ ਖੜ ਕੇ ਫੇਰ ਨਹੀਂ ਟਾਈਮ ਦਾ ਪਤਾ ਲੱਗਦਾ, ਉਹ ਬੜੀਆਂ ਸਵਾਦ ਲੱਗਦੀਆਂ। ਇਸ ਕਰਕੇ ਬਾਬਾ ਜੀ ਕਹਿੰਦੇ ਤੇਰੀ ਇਹ ਭਗਤੀ ਵੀ ਤਾਂ ਪੂਰੀ ਹੋਣੀ ਹੈ ਜੇ ਤੂੰ ਕਿਸੇ ਦੇ ਔਗਣ ਨਾ ਦੇਖੇ। ਪਰ ਕੇ ਦੋਖ ਨ ਮਨ ਮੈਂ ਧਾਰੇ, ਹਾਂ ਲਾਭ ਜਗ ਸਮਤਾ ਵਾਰੇ। ਸੰਸਾਰ ਦੇ ਵਿੱਚ ਹਾਨੀ ਲਾਭ ਨੂੰ ਬਰਾਬਰ ਦੇਖਣਾ ਕਰੇ। ਛਲ ਬਿਨ ਰਹੇ ਹਰਕਤਾ ਸ਼ੰਕਾ, ਕਿਸੇ ਨਾਲ ਛਲ ਫਰੇਬ ਨਾ ਕਰੇ। ਖੁਸ਼ੀ ਗਮੀ ਦੇ ਵਿੱਚ ਬਰਾਬਰ ਰਹੇ। ਸਤਵੀਂ ਵਿਧ ਭਗਤੀ ਹਰ ਲੋਕਾ, ਹਰੀ ਦੇ ਪਿਆਰਿਆਂ ਦੀ ਸੇਵਾ ਕਰਨੀ ਸਤਵੀਂ, ਇਹ ਵੀ ਇੱਕ ਭਗਤੀ ਹੈ। ਇਹ ਭਗਤੀ ਵੀ ਪ੍ਰਵਾਨ ਹੋ ਜਾਂਦੀ ਹੈ। ਨਿਸ਼ਚਾ ਪੱਕਾ ਰੱਖੇ ਸਦ ਹੀ, ਗੁਰੂ ਤੇ ਪੱਕਾ ਭਰੋਸਾ ਰੱਖੇ। ਜਿਸ ਤਰ੍ਹਾਂ 2 ਸਾਖੀਆਂ ਇਸ ਗੱਲ ਨੂੰ ਸਾਂਝੀ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆ ਕੇ ਸਿੱਖਾਂ ਨੇ ਕਿਹਾ, ਮਹਾਰਾਜ ਆਪਣੇ ਲੋਹਗੜ੍ਹ ਕਿਲੇ ਦਾ ਗੇਟ ਤੋੜਨ ਵਾਸਤੇ ਰਾਜਾ ਕੇਸਰੀ ਚੰਦ ਹਾਥੀ ਲੈ ਕੇ ਆ ਰਹੇ ਆ ਸ਼ਰਾਬ ਪਿਆ ਕੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਫਿਰ ਕੀ ਹੋਇਆ, ਆਪਣੇ ਕੋਲੇ ਕੇਸਰੀ ਚੰਦ ਆਪਣਾ ਹਾਥੀ ਆ ਦੁਨੀ ਚੰਦ, ਇਹ ਹਾਥੀ ਦਾ ਮੁਕਾਬਲਾ ਕਰੇਗਾ। ਪਰ ਦੁਨੀ ਚੰਦ ਨੂੰ ਗੁਰੂ ਤੇ ਭਰੋਸਾ ਨਹੀਂ ਸੀ ਪੱਕਾ, ਇਸ ਕਰਕੇ ਉਹ ਡਰ ਗਿਆ ਤੇ ਰਾਤ ਨੂੰ ਅਨੰਦਪੁਰ ਛੱਡ ਕੇ ਭੱਜ ਗਿਆ। ਕਿਲੇ 'ਚੋਂ ਛਾਲ ਮਾਰੀ, ਛਾਲ ਮਾਰਦਿਆਂ ਲੱਤ ਟੁੱਟ ਗਈ। ਇਹ ਮਸੰਦ ਸੀਗਾ। ਫਿਰ ਜਿਹੜੇ ਇਹਦੇ ਮਿੱਤਰ ਪਿਆਰੇ ਸੀਗੇ ਮਾਝੇ ਦੇ ਇਲਾਕੇ ਦੇ, ਉਹ ਇਹਨੂੰ ਮੰਜੇ ਤੇ ਪਾ ਕੇ ਚੱਕ ਕੇ ਲੈ ਗਏ। ਇੱਥੋਂ ਭਾਰੀ ਬਹੁਤ ਸੀ ਸਰੀਰ ਦਾ। ਤੋ ਗੁਰੂ ਤੇ ਪੂਰਨ ਭਰੋਸਾ ਹੋਣਾ, ਇਹ ਵੀ ਇੱਕ ਭਗਤੀ ਹੈ। ਭਰੋਸੇ ਤੋਂ ਬਿਨਾਂ ਵੀ ਗੱਲ ਨਹੀਂ ਬਣਦੀ। ਗੁਰਮਤਿ ਅਨੁਸਾਰ ਸੰਸਾਰ ਦੀਆਂ ਵੀ 9 ਤਰ੍ਹਾਂ ਦੀਆਂ ਭਗਤੀਆਂ ਦੱਸੀਆਂ। ਫਿਰ ਭਾਈ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਇੱਕ ਭਗਤੀ ਗੁਰਮਤਿ ਅਨੁਸਾਰ ਵੀ ਹੈ। ਗੁਰੂ ਤੇ ਭਰੋਸਾ ਰੱਖਣਾ, ਗੁਰੂ ਦੇ ਪਿਆਰਿਆਂ ਦੀ ਸੇਵਾ ਕਰਨੀ, ਇਹ ਵੀ ਇੱਕ ਭਗਤੀ ਹੈ। ਇਹ ਵੀ ਤੁਹਾਡਾ ਲੇਖੇ 'ਚ ਹਿਸਾਬ ਕਿਤਾਬ। ਮੇਰੇ ਪ੍ਰੀਤਮ ਜੀ ਕਹਿੰਦੇ ਨਿਸ਼ਚਾ ਪੱਕਾ ਰਾਖੋ ਸਦ ਹੀ, ਸ਼੍ਰੀ ਕਰਤਾਰ ਵੱਲੋਂ ਡੋਲ ਨਾ ਕਦ ਹੀ, ਗੁਰੂ ਤੋਂ ਵੱਲ ਡੋਲਣਾ ਨਾ।
ਜੋ ਹੋਵੇ ਸੋ ਹੋਵੇ। ਦੁਨੀ ਚੰਦ ਡੋਲ ਕੇ ਭੱਜ ਗਿਆ। ਫਿਰ ਦੂਜੇ ਦਿਨ ਸਿੱਖ ਕਹਿਣ ਲੱਗੇ ਮਹਾਰਾਜ ਆਪਣਾ ਹਾਥੀ ਤਾਂ ਭੱਜ ਗਿਆ। ਕਿਹੜਾ ਜੀ? ਦੁਨੀ ਚੰਦ। ਕਹਿੰਦੇ ਕੋਈ ਗੱਲ ਨਹੀਂ, ਹਾਥੀਆਂ ਦਾ ਮੁਕਾਬਲਾ ਸ਼ੇਰ ਵੀ ਕਰ ਲੈਂਦੇ ਆ। ਅੱਛਾ ਮਹਾਰਾਜ, ਉਹ ਕੌਣ ਹੈ? ਕਹਿੰਦੇ ਉਹ ਬਚਿੱਤਰ ਸਿੰਘ, ਮਧਰੀ ਜੇ ਕੱਦ ਦਾ ਯੋਧਾ। ਇਹ ਦੋ ਭਰਾ ਇਕੱਠੇ ਗੁਰੂ ਕੋਲੇ ਰਹੇ ਨੇ। ਬਚਿੱਤਰ ਸਿੰਘ ਖੜਾ ਹੋ ਗਿਆ ਹੱਥ ਬੰਨ ਕੇ, ਮਾਰਾ ਕੀ ਹੁਕਮ ਹੈ? ਤੇ ਪਾਤਸ਼ਾਹ ਜੀ ਨੇ ਖਜ਼ਾਨੇ ਵਿੱਚ ਇੱਕ ਨਾਗਣੀਆਂ ਆਈਆਂ ਸੀ, ਦੋ ਬੜੀਆਂ ਕੀਮਤੀ ਪੱਕੀਆਂ, ਨਾ ਟੁੱਟਣ ਵਾਲੀਆਂ। ਉਹ ਦੋਨੇ ਨਾਗਣੀਆਂ ਮੰਗਾਈਆਂ ਤੇ ਦੋਨਾਂ ਭਰਾਵਾਂ ਨੂੰ ਦੇ ਦਿੱਤੀਆਂ, ਇੱਕ ਬਚਿੱਤਰ ਸਿੰਘ ਨੂੰ, ਇੱਕ ਇਹਨਾਂ ਦੇ ਭਾਈ ਨੂੰ। ਤੇ ਗੁਰੂ ਪਿਆਰਿਓ ਬਚਿੱਤਰ ਸਿੰਘ ਨੂੰ ਕਹਿਣ ਲੱਗੇ ਇਹ ਨਾਗਣੀ ਜਾ ਕੇ ਹਾਥੀ ਦੇ ਮੱਥੇ 'ਚ ਮਾਰਨੀ ਹੈ। ਕਹਿਣ ਲੱਗਿਆ ਜੀ 7 ਬਚਨ। ਇਹ ਵੀ ਇੱਕ ਭਗਤੀ ਆ, ਗੁਰੂ ਤੇ ਭਰੋਸਾ ਹੋਣਾ। ਕੋ ਸਤਨਾਮ। ਇਹ ਸਾਰੀਆਂ ਗੱਲਾਂ ਮਿਲਾ ਕੇ ਹੀ ਗੱਲ ਬਣਨੀ ਹੈ। ਗੱਡੀ ਦੇ ਕਿੰਨੇ ਪੁਰਜੇ ਕੰਮ ਕਰਦੇ ਆ। ਜੇ ਇੱਕ ਵੀ ਪੁਰਜਾ ਉਹਦਾ ਕੰਮ ਨਾ ਛੱਡ ਜਾਵੇ ਤੇ ਸਾਰੀ ਗੱਡੀ ਖੜ ਜਾਂਦੀ ਆ। ਚਾਹੇ ਟਾਇਰਾਂ 'ਚੋਂ ਹਵਾ ਨਿਕਲ ਜਾਵੇ ਤਾਂ ਨਹੀਂ ਚੱਲਦੀ, ਤੇਲ ਮੁੱਕ ਜੇ ਤਾਂ ਨਹੀਂ ਚੱਲਦੀ, ਕਰੰਟ ਖਤਮ ਹੋ ਜੇ, ਟੁੱਟ ਜੇ, ਬੈਟਰੀ ਟੁੱਟ ਜੇ ਨਾਲੋਂ ਤਾਂ ਖੜ ਜਾਂਦੀ ਹੈ। ਤੋ ਕਹਿੰਦੇ ਭਗਤੀ ਏਦਾਂ ਹੋਣੀ ਆ, ਇੰਨੇ ਗੁਣ ਮਨੁੱਖ ਦੇ ਵਿੱਚ ਹੋਣੇ ਚਾਹੀਦੇ ਆ। ਤੇ ਭਾਈ ਬਚਿੱਤਰ ਸਿੰਘ 7 ਬਚਨ ਕਹਿ ਕੇ ਉਹਨੇ ਉੱਥੇ ਭਰੋਸਾ ਕੀਤਾ। ਨਹੀਂ ਤਾਂ ਹੁਣ ਆਪਣੇ ਵਰਗੇ ਸੋਚੀ ਜਾਂਦੇ ਆ ਵੀ ਲੋਹੇ ਦੇ ਤਵੇ ਵਿੱਚੋਂ ਨਾਗਣੀ ਕਿਵੇਂ ਟੱਪ ਜੂ। ਉਹਦੇ ਭਰੋਸੇ ਨੇ ਟਪਾਈ ਆ। ਕਹੋ ਸਤਨਾਮ। ਕਿਰਪਾ ਤਾਂ ਗੁਰੂ ਸਾਹਿਬ ਦੀ ਵਰਤਨੀ ਸੀ ਉੱਥੇ। ਦੁਨੀ ਚੰਦ ਡਰ ਕੇ ਭੱਜ ਗਿਆ। ਉਹਨੇ ਭਰੋਸਾ ਨਹੀਂ ਕੀਤਾ। ਉਹਨੇ ਸੋਚਿਆ ਹਾਥੀ ਮੈਨੂੰ ਮਾਰ ਦੂਗਾ, ਬੰਦਾ ਹਾਥੀ ਨਾਲ ਕਿਵੇਂ ਲੜੂਗਾ। ਉਹਨੂੰ ਗੁਰੂ ਦੀ ਸ਼ਕਤੀ ਤੇ ਭਰੋਸਾ ਨਹੀਂ ਰਿਹਾ। ਪਰ ਬਚਿੱਤਰ ਸਿੰਘ ਨੇ ਗੁਰੂ ਤੇ ਭਰੋਸਾ ਕੀਤਾ, ਆਪਣੀ ਤਾਕਤ ਤੇ ਨਹੀਂ ਕੀਤਾ। ਜੇ ਸਾਰੀ ਵਿਉਂਤਬੰਦੀ ਕਿਲੇ ਦੇ ਅੰਦਰੋਂ ਕੀਤੀ ਗਈ ਵੀ ਜਿਸ ਵੇਲੇ ਹਾਥੀ ਐਨ ਗੇਟ ਤੇ ਆ ਜੇ ਉਸ ਵੇਲੇ ਗੇਟ ਖੋਲ ਦਿਓ। 2 ਬੰਦੇ ਉੱਤੇ ਖੜ ਕੇ ਵੇਖਣ ਵਾਸਤੇ, ਬਾਹਰੋਂ ਹਾਥੀ ਆਉਂਦਾ, ਉਹ ਬਾਹਰੋਂ ਵੇਖ ਕੇ ਅੰਦਰ ਦੱਸਣ। ਜਦੋਂ ਹਾਥੀ ਐ ਨੇੜੇ ਆਇਆ ਤੇ ਉਤਲਿਆਂ ਨੇ ਆਵਾਜ਼ ਦਿੱਤੀ ਆ ਗਿਆ। ਹੇਠਾਂ 2 ਬੰਦੇ ਗੇਟ ਕੋਲੇ ਖੜੇ, ਉਹਨਾਂ ਨੇ ਦੋਨੇ ਗੇਟ ਖਿੱਚ ਲਏ ਦੋਨੇ ਪਾਸੇ। ਇੱਕਦਮ ਹਾਥੀ ਦਾ ਮੂੰਹ ਸਾਹਮਣੇ ਆਇਆ ਤੇ ਬੜੀ ਫੁਰਤੀ ਦੇ ਨਾਲ ਭਾਈ ਸਾਹਿਬ ਨੇ ਨਾਗਣੀ ਮਾਰੀ ਤੇ ਉਹ ਨਾਗਣੀ ਵਾਕਿਆ ਹੀ ਤਵਿਆਂ ਨੂੰ ਚੀਰਦੀ ਹੋਈ ਹਾਥੀ ਦਾ ਮੱਥਾ ਭੰਨ ਗਈ। ਕੋ ਸਤਨਾਮ ਸੀ। ਔਰ ਘੁਮਾ ਕੇ ਮਧਾਣੀ ਗੇੜਾ ਦੇ ਕੇ ਹਾਥੀ ਦੇ ਮੱਥੇ 'ਚੋਂ ਨਾਗਣੀ ਬਾਹਰ ਕੱਢੀ ਹੈ ਤੇ ਖੂਨ ਦੀ ਧਾਰ ਪੈਂਦੀ ਆ ਮੋਟੀ ਰੱਸੇ ਵਰਗੀ। ਤੇ ਫਿਰ ਹਾਥੀ ਚੀਕਾਂ ਮਾਰਦਾ ਪੁੱਠਾ ਭਜਿਆ। ਨਰ ਚਾਹਤ ਕਛ ਔਰੇ ਕੀ ਔਰੇ ਭਈ ਜਦ ਪਾਠੀ ਪੁੱਠਾ ਭਜਿਆ। ਉਹਨੇ ਆਪਦੀ ਹੀ ਬੇਅੰਤ ਫੌਜ ਮਾਰ ਦਿੱਤੀ। ਕੋ ਸਤਨਾਮ। ਜਾਨਵਰ ਸੀ ਉਹ ਤਾਂ, ਉਹਦਾ ਆਪਦਾ ਬਗਾਨਾ ਕੀ ਹੈ। ਤਾਂ ਇਸ ਤਰ੍ਹਾਂ ਕੇਸਰੀ ਚੰਦ ਵਰਗਿਆਂ ਦਾ ਇਹ ਦਾ ਉਲਟਾ ਪੈ ਗਿਆ। ਮੈਂ ਗੱਲ ਕਰਦਾ ਸੀਗਾ ਭਰੋਸੇ ਦੀ, ਭਗਤੀ ਦੀ। ਗੁਰੂ ਤੇ ਭਰੋਸਾ ਹੋਵੇ, ਕਦੇ ਡੋਲੇ ਨਾ ਸਿੱਖ, ਇਹ ਵੀ ਇੱਕ ਭਗਤੀ ਹੈ। ਵਾਹਿਗੁਰੂ ਰੂਪ ਸਭੈ ਕੋ ਜਾਣੇ, ਸਾਰਿਆਂ ਵਿੱਚ ਪਰਮੇਸ਼ਰ ਨੂੰ ਜਾਣਨਾ, ਇਹ ਵੀ ਭਗਤੀ ਹੈ। ਇਹ ਭਾਈ ਕਨ੍ਹਈਆ ਜੀ ਨੇ ਕੀਤੀ ਆ। ਕੋ ਸਤਨਾਮ ਸੀ। ਉਹ ਇਸੇ ਭਗਤੀ ਨੂੰ ਕਰਕੇ ਪ੍ਰਵਾਨ ਹੋ ਗਏ। ਜਾਣੋ ਨਾ ਹੀ ਭਾਵੈ ਕਵਣ ਵਾਤਾ, ਸਮਝ ਨਹੀਂ ਆਉਂਦੀ ਰੱਬ ਨੂੰ ਕਿਹੜੀ ਗੱਲ ਚੰਗੀ ਲੱਗਦੀ ਆ। ਗੁਰੂ ਅਰਜਨ ਦੇਵ ਜੀ ਕਹਿੰਦੇ ਮਨ ਖੋਜ ਮਾਰਗ। ਕੋਈ ਵੀ ਗੱਲ ਕਰ ਲਾ, ਮਨ ਕਰਕੇ ਕਰ ਲਾ। ਚਾਹੇ ਭਾਈ ਕਨ੍ਹਈਏ ਨੇ ਪਾਣੀ ਦੀ ਸੇਵਾ ਕੀਤੀ ਹੈ, ਉਹਦੇ ਨਾਲ ਹੀ ਪ੍ਰਵਾਨ ਹੋ ਗਿਆ। ਕੋਈ ਸਤਨਾਮ ਸੀ। ਇਹਦਾ ਰਸਤਾ ਮਨ ਵਿੱਚੋਂ ਦੀ ਹੋ ਕੇ ਜਾਂਦਾ ਹੈ। ਭਗਤ ਨਵੈ ਪ੍ਰਕਾਰਾ, ਇਹ 9 ਤਰ੍ਹਾਂ ਦੀ ਭਗਤੀ। ਭਗਤ ਕਰਤ ਮਾਇਆ ਨੈ ਮੋਹ ਹੈ। ਭਗਤੀ ਕਰਦਿਆਂ ਹੋਇਆ ਮਾਇਆ ਦੇ ਮੋਹ ਤੋਂ ਉੱਚਾ ਉੱਠੇ, ਫਿਰ ਭਗਤੀ ਪ੍ਰਵਾਨ ਹੋਣੀ ਹੈ। ਹਰ ਕੇ ਰੰਗ ਰਚੀਆ ਬਣ ਸੋਹੇ, ਹਰੀ ਦੇ ਰੰਗ ਵਿੱਚ ਰਚੇ ਰਹੋ। ਮਨ ਪਰਮੇਸ਼ਰ ਵਿੱਚ ਡੁੱਬਿਆ ਰਹੇ।
ਇਹ ਨਾ ਵਿਦ ਕੀ ਭਗਤ ਬਖਾਨੀ। ਇਹ ਗੁਰਮਤਿ ਅਨੁਸਾਰ 9 ਤਰ੍ਹਾਂ ਦੀ ਭਗਤੀ ਹੈ। ਇਸ ਧਾਰੇ ਉਧਰੈ ਸੋ ਪ੍ਰਾਣੀ ਸਿੱਖੋ। ਜਿਹਨੇ ਇਹ ਗੱਲ ਕਰ ਲਈ ਉਹ ਵੀ ਧਾਰ ਹੋ ਜਾਵੇਗਾ। ਚੌਰ ਸਾਹਿਬ ਕਰਨਾ ਵੀ ਭਗਤੀ ਹੈ। ਸੰਗਤ ਦੀ ਸੇਵਾ ਕਰਨੀ ਇਹ ਵੀ ਪਰਮੇਸ਼ਰ ਦੀ ਭਗਤੀ ਆ। ਪਰ ਸੰਗਤ ਵਿੱਚ ਪਰਮੇਸ਼ਰ ਜਾਣ ਕੇ ਕਹੋ ਸਤਿਨਾਮ। ਇਹ ਨਾ ਸੋਚੇ ਫਲਾਣੇ ਦੀ ਸੇਵਾ ਕੀਤੀ। ਸੰਗਤ ਵਿੱਚ ਪਰਮੇਸ਼ਰ ਨੂੰ ਜਾਣ ਕੇ ਸੇਵਾ ਕਰੋਗੇ ਤਾਂ ਇਹ ਵੀ ਤੁਹਾਡੀ ਪ੍ਰਵਾਨ ਹੋ ਜਾਣੀ ਹੈ। 9 ਤਰ੍ਹਾਂ ਦੀ ਭਗਤੀ ਇਸ ਪ੍ਰਕਾਰ ਸ਼ਾਸਤਰਾਂ ਤੇ ਹੋਰ ਗ੍ਰੰਥਾਂ ਵਿੱਚ ਵੀ ਕਈ ਤਰ੍ਹਾਂ ਦੇ ਨਾਲ 9 ਤਰ੍ਹਾਂ ਦੀ ਭਗਤੀ ਲਿਖੀ ਆ। ਭਗਤ ਨਵੈ ਪ੍ਰਕਾਰਾ ਪੰਡਿਤ ਵੇਦ ਪੁਕਾਰਾ। ਗ੍ਰਸਤੀ ਗ੍ਰਸਤ ਧਰਮਾਤਾ। ਪੰਡਿਤ ਕਹਿੰਦੇ ਵੇਦਾਂ ਨੂੰ ਪੜ੍ਹਨਾ ਹੀ ਭਗਤੀ ਹੈ। ਭਾਈ ਜੇ ਵੇਦਾਂ ਨੂੰ ਕੋਈ ਮਨ ਕਰਕੇ ਪੜ੍ਹ ਲਵੇ, ਗੁਰਬਾਣੀ ਦਾ ਪਾਠ ਹੈ ਇਹ ਵੀ ਕੋਈ ਮਨ ਕਰਕੇ ਕਰ ਲਵੇ, ਇਹ ਵੀ ਭਗਤੀ ਹੈ। ਭਾਈ ਗੋਪਾਲਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ ਮਨ ਕਰਕੇ, ਉਹ ਵੀ ਪ੍ਰਵਾਨ ਹੋ ਗਿਆ। ਕੋ ਸਤਿਨਾਮ ਸ੍ਰੀ। ਇਸ ਕਰਕੇ ਪੰਡਿਤ ਕਹਿੰਦੇ ਹਨ ਕਿ ਵੇਦਾਂ ਦਾ ਪੁਕਾਰਨਾ, ਵੇਦਾਂ ਨੂੰ ਪੜ੍ਹਨਾ ਉੱਚੀ ਉੱਚੀ, ਕੇਵਲ ਇਹੀ ਭਗਤੀ ਆ। ਜਿਵੇਂ ਯੱਗਵਲਕ ਰਿਖੀ ਵੇਦਾਂ ਦਾ ਹੀ ਪਾਠ ਕਰਦਾ ਰਹਿੰਦਾ ਸੀ। ਨਾਰਦ ਮੁਨੀ ਮਿਲਿਆ ਤੇ ਉਹਨਾਂ ਨੇ ਕਿਹਾ ਕਿੰਨਾ ਚਿਰ ਵੇਦ ਪੜ੍ਹੀ ਜਾਵੇਗਾ, ਜਦੋਂ ਬੁੱਢਾ ਹੋ ਗਿਆ ਤੇ ਕਫ ਨਾਲ ਗਲਾ ਰੁਕ ਜਾਵੇਗਾ ਫਿਰ ਕੀ ਕਰੇਗਾ। ਉਹਨੇ ਕਿਹਾ ਕਿ ਦਵਾਈਆਂ ਖਾ ਕੇ ਫਿਰ ਕੰਨ ਸਾਫ਼ ਰੱਖਾਂਗਾ। ਇਹੋ ਯੱਗਵਲਕ ਰਿਖੀ ਦੇ ਮਨ ਵਿੱਚ ਪੜ੍ਹਨ ਦਾ ਖਿਆਲ ਸੀ ਕਿ ਮੈਂ ਵੇਦਾਂ ਦਾ ਪਾਠ ਕਰਦਾ ਹੀ ਰਹਾ। ਇਹੋ ਪੰਡਿਤ ਵੇਦਾਂ ਦੇ ਪੁਕਾਰਨ ਵਿੱਚ ਲੱਗੇ ਰਹਿੰਦੇ ਹਨ। ਇਹਨੂੰ ਵੀ ਭਗਤੀ ਕਹਿੰਦੇ ਆ। ਗ੍ਰਸਤੀ ਗ੍ਰਸਤ ਧਰਮਾਤਾ। ਜਿਹੜਾ ਗ੍ਰਸਤੀ ਬੰਦਾ ਹੈ ਉਹਦੀ ਵੀ ਇਹੀ ਭਗਤੀ ਹੈ ਕਿ ਆਪਣੇ ਪਰਿਵਾਰ ਨੂੰ ਪਾਲੇ। ਪਰ ਗ੍ਰਸਤੀ ਵਾਸਤੇ ਹੁਕਮ ਹੈ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਹਾ ਪਛਾਣੇ ਸੇ। ਇਹ ਗ੍ਰਸਤੀ ਨੂੰ ਹੁਕਮ ਹੈ ਕਿ ਮਿਹਨਤ ਕਰੇ, ਘਾਲ ਨਾ ਕਰੇ, ਉਹਦੇ ਵਿੱਚੋਂ ਆਪ ਛਕੇ ਤੇ ਹੋਰਨਾਂ ਦੀ ਵੀ ਸਹਾਇਤਾ ਕਰੇ, ਹੋਰਨਾਂ ਨੂੰ ਵੀ ਛਕਾਵੇ, ਉਹ ਵੀ ਪ੍ਰਵਾਨ ਹੋ ਜਾਵੇਗਾ। ਗ੍ਰਸਤੀ ਗ੍ਰਸਤ ਧਰਮਾਤਾ। ਗ੍ਰਸਤੀ ਘਰਾਂ ਵਿੱਚ ਰਹਿਣੇ, ਗ੍ਰਸਤ ਪੁਣੇ ਦੇ ਧਰਮਾਤਾ ਧਰਮ ਨੂੰ ਹੀ ਵੱਡਾ ਮੰਨੀ ਬੈਠੇ ਹਨ। ਅਸੀਂ ਸਾਰਿਆਂ ਤੋਂ ਵੱਡੇ ਹਾਂ, ਸਾਡੇ ਵਰਗਾ ਕੋਈ ਨਹੀਂ। ਪਰ ਅਸਲ ਵਿੱਚ ਗ੍ਰਸਤੀਆਂ ਵਿੱਚੋਂ ਉਹ ਪ੍ਰਵਾਨ ਹੈ ਜਿਹੜਾ ਨਿਮਰਤਾ ਭਾਵ ਵਿੱਚ ਪ੍ਰਮਾਤਮਾ ਦੀ ਯਾਦ ਵਿੱਚ ਵੀ ਜੁੜੇ, ਕਿਉਂਕਿ ਸਾਰੇ ਭੇਖਾਂ ਦਾ ਮੁੱਢ ਗ੍ਰਸਤ ਹੈ। ਭਾਵ ਦੁਨੀਆ ਵਿੱਚ ਜੋ ਵੀ ਹੈ, ਰਾਜਾ ਹੈ, ਸਾਧੂ ਹੈ, ਜੋਗੀ ਹੈ, ਜੈਨੀ ਹੈ, ਮੋਨੀ ਹੈ, ਆਖਰ ਤਾਂ ਸਾਰੇ ਮਾਂ ਦੇ ਪੇਟੋਂ ਜੰਮ ਕੇ ਭਗਤੀ 'ਚ ਪਏ ਨੇ। ਕਹੋ ਸਤਿਨਾਮ ਸ੍ਰੀ। ਤੋ ਗ੍ਰਸਤੀ ਜਿਹੜਾ ਹੈ ਸਾਰੇ ਭੇਖਾਂ ਦਾ ਮੁੱਢ ਹੈ। ਉਹ ਪ੍ਰਵਾਨ ਹੀ ਕਹਨ ਕਿਉਂਕਿ ਸਾਰੇ ਭੇਖਾਂ ਦਾ ਮੁੱਢ ਗ੍ਰਸਤੀ ਹੈ। ਗ੍ਰਸਤੀ ਪੁਣੇ ਦਾ ਹੰਕਾਰ ਕਰਨਾ ਮਾੜਾ ਹੈ। ਇਹ ਕਹਿਣਾ ਕਿ ਅਸੀਂ ਚੰਗੇ ਆ, ਜੋਗੀ ਮਾੜੇ ਆ, ਫਲਾਨਾ ਮਾੜਾ, ਧਿਉਂਕਾ ਮਾੜਾ, ਇਹ ਗੱਲ ਨਹੀਂ ਕਰਨੀ ਕਦੇ ਵੀ। ਕਹੋ ਸਤਿਨਾਮ ਸ੍ਰੀ। ਫੇਰ ਤੂੰ ਨਹੀਂ ਭਾਵੇਂਗਾ। ਹੰਕਾਰ ਕਰਨਾ ਮਾੜਾ ਹੈ। ਗ੍ਰਸਤੀ ਧਰਮ ਦੀ ਮਸਤੀ ਵਿੱਚ ਇਹ ਸੋਚਣਾ ਕਿ ਅਸੀਂ ਸਭ ਤੋਂ ਵੱਡੇ ਹਾਂ, ਅਸੀਂ ਸਾਰੇ ਵਰਨਾਂ ਦੀ ਪਾਲਣਾ ਕਰਦੇ ਹਾਂ, ਇਹ ਗੱਲ ਮਨ ਵਿੱਚ ਨਹੀਂ ਲਿਆਉਣੀ। ਸਭ ਕੁਝ ਕਰਦੇ ਹੋਏ ਕਹਿਣਾ ਨਹੀਂਗਾ ਕਹੋ ਸਤਿਨਾਮ ਸ੍ਰੀ। ਠੀਕ ਹੈ, ਤੇ ਕੋਈ ਸ਼ੱਕ ਨਹੀਂਗਾ ਕਿ ਗ੍ਰਸਤੀਆਂ ਤੋਂ ਹੀ ਸੰਸਾਰ ਦੀ ਪਾਲਣਾ ਚੱਲਦੀ ਹੈ। ਜਿਸ ਤਰ੍ਹਾਂ ਕਿਸਾਨਾਂ ਦਾ ਰੌਲਾ ਚੱਲ ਰਿਹਾ ਹੈ, ਇਹ 'ਚ ਕੋਈ ਸ਼ੱਕ ਨਹੀਂ ਕਿ ਕਿਸਾਨ ਹੀ ਪੈਦਾ ਕਰਕੇ ਸੰਸਾਰ ਨੂੰ ਪਾਲਦੇ ਆ। ਕਹੋ ਸਤਿਨਾਮ। ਖੇਤੀਬਾੜੀ ਕਰਦੇ ਆ, ਪਰ ਜੇ ਕੋਈ ਕਿਸਾਨਾਂ ਨੇ ਹੀ ਉਲਟ ਹੋ ਜਾਵੇ ਤੇ ਫਿਰ ਉਹਦੀ ਗਲਤੀ ਹੈ ਇਹ। ਪਰ ਪਰਮੇਸ਼ਰ ਜਿਹੜਾ ਹੈ ਸਭ ਦੇ ਵਿੱਚ ਵਸਦਾ ਹੈ। ਗੁਰੂ ਕਿਰਪਾ ਕਰਨ। ਇਸ ਤਰ੍ਹਾਂ ਪਰਮੇਸ਼ਰ ਦਰ 'ਤੇ ਉਹ ਪ੍ਰਵਾਨ ਨਹੀਂ ਹੁੰਦਾ ਕਦੇ ਵੀ। ਗ੍ਰਸਤ ਨੂੰ ਪ੍ਰਧਾਨ ਮੰਨਿਆ, ਪਰ ਨਾਲ ਇਹ ਵੀ ਸਪਸ਼ਟ ਹੈ ਕਿ ਭੈ ਭਾਵਨੀ ਵਾਲਾ ਹੋਵੇ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਹਾ ਪਛਾਣੇ ਸੇ। ਐਸਾ ਗ੍ਰਸਤੀ ਹੋਣਾ ਚਾਹੀਦਾ। ਇਹ ਸੀ ਚੌਥਾ ਪਦਾ। ਅਗਲਾ ਪਦਾ ਇੱਕ ਸ਼ਬਦੀ ਬਹੁਰੂਪ ਅਵਧੂਤਾ, ਕਾਪੜੀ ਕੌਤੇ ਜਾਗੂਤਾ। ਇਹਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬਹੁਤ ਡੂੰਘੇ ਸ਼ਬਦ ਹਨ। ਗੁਰੂ ਕਿਰਪਾ ਕਰਨ ਸਾਨੂੰ ਸਮਝ ਆ ਜਾਣ।
ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।